पै गई ते राजीनामे तो बाद फिर प्रेमी प्रेमिका का विआह करवा दिता गया। लाड़ा किस तरीके दे नाल धोखा दे के अपनी प्रेमिका नूं विआह करवाउण जा रहा सी। सिर्फ प्रेमिका दे नाल धोखा नहीं सी बल्कि धोखा तो उस कुड़ी दे नाल भी सी जिस दे नाल इह विआह होण जा रहा सी। खैर राह दे विच सब कुछ फिल्मी अंदाज दे विच हुंदा, एक एक करके तुहानूं दस्सांगे कि आखिर होया की। गड्डी सजा ली गई, कर्फ्यू है, लॉकडाउन है, पर इस सब दे विचाले परिवार के कुछ मैंबर लैके लाड़ा निकलदा है विआह दे लई, पर रस्ते दे विच जाके कार खराब हुंदी है। देखो ये संजोग किस तरीके दे नाल उत्थे बने ने। गड्डी कित्थे जाके खराब हुंदी है? गड्डी उस थां दे उत्ते जाके खराब हुंदी है जिथों नेड़े तो इस लाड़े दी प्रेमिका निकल रही सी। बहुत हैरान करने वाला या फिल्मी तुसीं मामला कह सकते हो, पर जो जानकारी मिली है उस दे मुताबिक सच यही है। वधिया गड्डी नजर आ रही है पर खराब हुंदी है उस थां दे उत्ते जिथे नेड़े तो प्रेमिका गुजर रही सी। लाड़ा भी कार दे विचों हेठां उतरदा है ते इस विचाले नजर पै जांदी है उसदी प्रेमिका दी कि ये तो मेरे नाल विआह करन दा मैनूं भरोसा दे रहा सी। पर इस तो बाद फिर हाई वोल्टेज ड्रामा सड़क दे उत्ते ही हुंदा है ते मामला थाणे तक भी पहुंचदा है। थाणे 'च की होया वो भी तुहानूं दस्सांगे, पर विआह तां टुੱਟਿਆ है। एक पासे तो विआह लाजमी तौर पर टुੱਟਣਾ ही सी, या तो प्रेमिका नाल टुੱਟਦਾ या फिर जिथे विआह हो रहा सी उत्थे टुੱਟਦਾ। पर जरूर ਜਿਹੜੇ ਸਮਾਜਿਕ ਰਿਸ਼ਤਿਆਂ ਦਾ ਅਸੀਂ ਜ਼ਿਕਰ ਕਰਦੇ ਹਾਂ ਉਸ ਦਾ ਜ਼ਰੂਰ ਕਹਿ ਸਕਦੇ ਹੋ ਕਿ ਘਾਣ ਮੋਗਾ ਦੇ ਵਿੱਚ ਹੁੰਦਾ ਹੋਇਆ ਨਜ਼ਰ ਆਇਆ। ਪੂਰਾ ਮਾਮਲਾ ਦੇਖੋ, ਉਸ ਤੋਂ ਬਾਅਦ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। हंगामा कर रहे ਇਹ ਬਰਾਤੀ ਨੇ ਜੋ ਮੋਗਾ ਦੇ ਪਿੰਡ ਖੋਸਾ ਤੋਂ ਵਿਆਹ ਦੇ ਲਈ ਨਿਕਲੇ, ਪਰ ਰਾਹ ਦੇ ਵਿੱਚ ਲਾੜੇ ਦੀ ਇਹ ਫੁੱਲਾਂ ਵਾਲੀ ਕਾਰ ਖਰਾਬ ਹੋ ਗਈ ਤੇ ਫਿਰ ਸ਼ੁਰੂ ਹੋ ਗਿਆ ਹੰਗਾਮਾ। ਹੰਗਾਮੇ ਦੀ ਵਜ੍ਹਾ ਕਾਰ ਖਰਾਬ ਹੋਣਾ ਨਹੀਂ ਸਗੋਂ ਲਾੜੇ ਦੀ ਕਰਤੂਤ ਸੀ। ਦਰਅਸਲ ਜਿੱਥੇ ਵਿਆਹ ਵਾਲੀ ਕਾਰ ਖਰਾਬ ਹੋਈ ਉੱਥੇ ਲਾੜੇ ਦੀ ਪ੍ਰੇਮਿਕਾ ਲੰਘ ਰਹੀ ਸੀ, जिसने अपने प्रेमी ने जो लाड़े दे लिबास दे विच देखा तो अपना आपा खो बैठी। खूब हंगामा होया, इत्थों तक कि भड़की प्रेमिका ने लाड़े दा सेहरा तक उतार दिता। सड़क दे विचाले हंगामा अजिहा होया कि गल थाने तक पहुंच गई, जिथे करीब 6 घंटे बाद जाके दोवां विचाले समझौता होया। इन्ना ही नहीं, इस समझौते तहत दोवां दा विआह भी करवा दिता गया। कुछ गया सी ओदा एक प्रेम संबंध चलदे सी किसी मुंडे नाल, ਕੋਸਾ ਪਿੰਡ ਦਾ ਰਹਿਣ ਵਾਲਾ ਸੀਗਾ, ਜਗਸੀਰ ਸਿੰਘ ਨਾਂ ਸੀ ਉਹਦਾ। ਉਹ ਇਹਦੇ ਬਿਨਾਂ ਮਰਜ਼ੀ ਤੋਂ ਪਹਿਲਾਂ ਇਹਦੇ ਨਾਲ ਅੰਗੇਜਮੈਂਟ ਕੀਤੀ, ਸਾਰਾ ਉਹ ਕਰਤਾ। ਇਹ ਤੋਂ ਬਿਨਾਂ ਉਹ ਵਿਆਹ ਕਿਤੇ ਹੋਰ ਕਰਾਉਣ ਲੱਗਾ ਸੀਗਾ ਤੇ ਅਚਾਨਕ ਜਦੋਂ ਰਾਤ ਜਾਣ ਲੱਗੇ ਤਾਂ ਉਹਨਾਂ ਦੀ ਗਲੀ ਦੇ ਵਿੱਚ ਹੀ ਆ ਕੇ ਜਿੱਥੇ ਕੰਮ ਇਕੱਠੇ ਕਰਦੇ ਸੀ ਉੱਥੇ ਹੀ ਗੱਡੀ ਖਰਾਬ ਹੋ ਗਈ ਉਹਨਾਂ ਦੀ। ਉਹ ਜਦੋਂ ਗੱਡੀ ਖਰਾਬ ਦੇ ਲੋਕ ਇਕੱਠੇ ਹੋਏ ਤੇ ਉਹ ਕੁੜੀ ਨੂੰ ਪਤਾ ਲੱਗਿਆ ਵੀ ਜਿਹੜਾ ਨਾਲ ਮੇਰਾ ਅੰਗੇਜਮੈਂਟ ਸੰਬੰਧ ਚੱਲਦੇ ਸੀ ਪਹਿਲਾਂ ਤੇ ਉਹੀ ਕਿਤੇ ਹੋਰ ਵਿਆਹ ਕਰਾਉਣ ਚੱਲਿਆ। ਤੇ ਉਹਦੇ ਨਾਲ ਹੀ ਉਹਨੇ ਰੌਲਾ ਪਾ ਕੇ ਸਾਨੂੰ ਸ਼ਿਕਾਇਤ ਕੀਤੀ ਤੇ ਅਸੀਂ ਮੌਕੇ 'ਤੇ ਜਾ ਕੇ ਇਹਨਾਂ ਨੂੰ ਕਾਬੂ ਕੀਤਾ। ਜਦੋਂ ਇਹਨਾਂ ਦੇ ਆਵਾਜ਼ ਬਾਅਦ 'ਚ ਮਾਂ ਪਿਓ ਵੀ ਆ ਗਏ ਤੇ ਉਹਨਾਂ ਦੇ ਮੋਹਤਬਾਰ ਬੰਦਿਆਂ ਨੇ ਆ ਕੇ ਵਿੱਚ ਰਾਜੀਨਾਮਾ ਕਰਾ ਕੇ ਇਹਨਾਂ ਇਸੇ ਮੁੰਡੇ ਨੇ ਉਸੇ ਕੁੜੀ ਦਾ ਵਿਆਹ। ਜਾਣਕਾਰੀ ਮੁਤਾਬਕ ਦੋਵੇਂ ਇੱਕੋ ਥਾਂ ਕੰਮ ਕਰਦੇ ਸਨ ਅਤੇ 3 ਸਾਲ ਤੋਂ ਦੋਵਾਂ ਵਿਚਾਲੇ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਜਾਣਕਾਰੀ ਇਹ ਵੀ ਹੈ ਕਿ ਮੁੰਡੇ ਦਾ ਇਸੇ ਕੁੜੀ ਦੇ ਨਾਲ 5 ਮਾਰਚ ਨੂੰ ਵਿਆਹ ਪੱਕਾ ਕੀਤਾ ਗਿਆ ਸੀ, ਜੋ ਕਰਫਿਊ ਕਾਰਨ ਟਾਲ ਦਿੱਤਾ ਗਿਆ। ਹੁਣ ਮੁੰਡਾ ਚੋਰੀ ਛੁਪੇ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾਉਣ ਚੱਲਾ ਸੀ, ਪਰ ਉਸ ਦੀ ਇਹ ਚਲਾਕੀ ਚੱਲੀ ਨਹੀਂ ਤੇ ਸੜਕ ਉੱਤੇ ਹੋਏ ਖੂਬ ਹੰਗਾਮੇ ਤੋਂ ਬਾਅਦ ਵਿਆਹ ਪ੍ਰੇਮਿਕਾ ਨਾਲ ਹੀ ਕਰਵਾਉਣਾ ਪਿਆ। ਮੋਗਾ ਤੋਂ ਦੀਪਕ ਸਿੰਘਲਾ, ਨਿਊਜ਼ 18 ਪੰਜਾਬ। ਤਾਂ ਖੂਬ ਡਰਾਮਾ ਤਾਂ ਹੁੰਦਾ ਨਜ਼ਰ ਆਇਆ, ਪਰ ਇਸ ਸਭ ਦੇ ਵਿਚਾਲੇ ਸਵਾਲ ਇਹੀ ਹੈ ਕਿ ਆਖਿਰ ਲਾੜੇ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਲੁਕਾ ਲਈਆਂ ਗਈਆਂ। ਇਸ ਕਰਕੇ ਵੀ ਇਹ ਮਾਮਲੇ ਨੂੰ ਤੁਹਾਡੇ ਸਾਹਮਣੇ ਰੱਖਣਾ ਜ਼ਰੂਰੀ ਸੀ, ਕਿਉਂਕਿ ਜਦੋਂ ਸਮਾਜਿਕ ਤੌਰ ਤੇ ਕੋਈ ਰਿਸ਼ਤਾ ਜੁੜਦਾ ਹੈ, ਜਦੋਂ ਕੋਈ ਪਤੀ ਪਤਨੀ ਬਣਦਾ ਹੈ ਤਾਂ ਇੱਕ ਭਰੋਸਾ ਉਹਨਾਂ ਦੇ ਵਿਚਾਲੇ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ ਹੈ, ਜਿਸ ਦਾ ਘਾਣ ਸ਼ਾਇਦ ਕੀਤਾ ਜਾ ਰਿਹਾ ਸੀ। ਇਸ ਸਮੇਂ ਸਾਡੇ ਨਾਲ ਮਨਜਿੰਦਰ ਕੌਰ ਜੀ ਜੁੜ ਰਹੇ ਨੇ, ਲਾੜੀ ਦੀ ਮਾਸੀ ਹੈ ਮਨਜਿੰਦਰ ਕੌਰ, ਉਹਨਾਂ ਨਾਲ ਗੱਲਬਾਤ ਕਰਾਂਗੇ। ਮਨਜਿੰਦਰ ਜੀ, ਸਭ ਤੋਂ ਪਹਿਲਾ ਸਵਾਲ ਹੀ ਕਿ ਪੂਰਾ ਮਾਮਲਾ ਕੀ ਕੁਝ ਹੋਇਆ, ਤੁਹਾਡੇ ਨੋਟਿਸ ਦੇ ਵਿੱਚ ਕਦੋਂ ਆਇਆ ਤੇ ਕੀ ਕੁਝ ਉਸ ਤੋਂ ਬਾਅਦ ਪੂਰਾ ਘਟਨਾਕ੍ਰਮ ਰਿਹਾ? ਪਰ ਇਕੱਠੇ ਕੰਮ ਕਰਦੇ ਸੀ ਇੱਕ ਤਾਂ ਜੀ, ਇਕੱਠੇ ਕੰਮ ਕਰਦੇ ਕਰਕੇ ਤੇ ਉੱਥੇ ਚੱਲ ਗੱਲਬਾਤ ਹੋ ਗਈ। ਇਹਨੇ ਬੇਟੀ ਨੂੰ ਕਿਹਾ ਵੀ ਮੇਰੇ ਨਾਲ ਵਿਆਹ ਕਰਾਉਂਗਾ ਜੀ। ਬੇਟੀ ਨਾਲ ਜਦੋਂ ਆਏ ਵਿਆਹ ਦਾ ਚਾਂਸ ਦੇ ਕੇ ਇਹਨੂੰ ਬਸ ਕਿਤੇ 15 ਤਰੀਕ ਦੇ ਦਿੰਦਾ ਸੀ, ਕਿਤੇ 5 ਤਰੀਕ ਦੇ ਦਿੰਦਾ ਸੀ ਜੀ। ਅਸੀਂ ਲੀੜਾ ਕੱਪੜਾ ਵੀ ਬਣਾ ਕੇ ਰੱਖ ਲਿਆ। ਇਹਨਾਂ ਨੇ ਕਿਹਾ ਵੀ ਸਾਡੇ ਵੱਡ ਵਡੇਰੇ ਉਹਨਾਂ ਦਾ ਲੀੜਾ ਕੱਪੜਾ, ਕੁੜੀ ਦੇ ਵਿਆਹ ਦਾ ਜੋੜਾ ਵੀ ਬਣਾ ਕੇ ਰੱਖ ਲਿਆ ਜੀ। ਘਰੇ ਆਉਣ ਜਾਣ ਲੱਗ ਗਿਆ, ਚੱਲ ਘਰੇ ਵੀ ਰਾਤ ਰੂਤ ਰਹਿ ਜਾਂਦਾ ਸੀ ਜੀ। ਤੇ ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਘਰ ਵੇਖਣ ਆਓ ਸਾਡਾ,
ਅਸੀਂ ਘਰ ਵੇਖਣ ਗਏ ਨੇ, ਇਹਦੀ ਮੰਮੀ ਨੇ ਤੇ ਡੈਡੀ ਨੇ ਜਿੰਦਾ ਲਾ ਕੇ ਤੇ ਬਾਹਰ ਚਲੇ ਗਏ। ਅਸੀਂ ਸ਼ਾਮ ਤੱਕ ਡੀਕਦੇ ਰਹੇ, ਵੇਟ ਕਰਦੇ ਰਹੇ, ਪਰ ਇਹ ਨਹੀਂ ਆਏ ਘਰੇ। ਜੀ ਵੇਟ ਕਰ ਕੇ ਅਸੀਂ ਹਟ ਕੇ ਫੇਰ ਫੋਨ ਅਸੀਂ ਲਾਇਆ, ਇਹ ਕਹਿੰਦੇ ਵੀ ਚੱਲ ਅਗਲੇ ਹਫਤੇ ਦਾ ਰੱਖ ਲਓ, ਬੁੱਧਵਾਰ ਦਾ। ਅਸੀਂ ਫੇਰ ਚੁੱਪ ਰਹੇ। ਉਹ ਮੇਰੀ ਜਿਹੜੀ ਸਿਸਟਰ ਹੈ ਵੱਡੀ, ਉਹਦੇ ਘਰ ਵਾਲਾ ਹੈ ਨਹੀਂ, ਉਹਨੇ ਕਿਹਾ ਵੀ ਇਹ ਕੀ ਕਰ ਸਕਦੇ ਆ। ਮਨਜਿੰਦਰ ਜੀ, ਤੁਸੀਂ ਸਹੀ ਨਹੀਂ ਚਾਹੁੰਦੇ ਕਿ ਜਿਹੜਾ ਵਿਆਹ ਹੋਣ ਜਾ ਰਿਹਾ ਸੀ ਉਸ ਦੇ ਬਾਰੇ ਤੁਹਾਡੇ ਕੋਲ ਕੋਈ ਜਾਣਕਾਰੀ ਸੀ ਜਾਂ ਨਹੀਂ ਸੀ, ਕਿ ਵਾਕਈ ਇਤਫਾਕ ਸੀ ਕਿ ਉੱਥੇ ਜਾ ਕੇ ਗੱਡੀ ਖਰਾਬ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਲਾੜੀ ਆ ਉਹ ਦੇਖ ਲੈਂਦੀ ਹੈ? ਇਹ ਸਭ ਕੁਝ ਇਸ ਤਰੀਕੇ ਨਾਲ ਹੀ ਹੋਇਆ? ਗੱਡੀ ਅਚਾਨਕ ਹੀ ਖਰਾਬ ਹੋ ਗਈ ਜਿੱਥੇ ਬੇਟੀ ਕੰਮ ਕਰਦੀ ਸੀ ਜੀ। ਉਹ ਕੰਮ ਤੇ ਜਾ ਰਹੀ ਸੀ, ਠੀਕ ਹੈ, ਉੱਥੇ ਆ ਕੇ ਗੱਡੀ ਖਰਾਬ ਹੋਈ ਜਮਾਂ ਜਿੱਥੇ ਉਹ ਕੰਮ ਤੇ ਜਾਂਦੀ ਸੀ। ਉਸ ਤੋਂ ਬਾਅਦ ਉਹਨੇ ਜਦੋਂ ਉਹਨਾਂ ਦੇ ਮੈਂਬਰ ਸਾਰੇ ਵੇਖੇ ਬਾਹਰ, ਪਛਾਣ ਆ ਗਈ, ਉਹਦੀ ਮੁੰਡੇ ਦੀ ਭੈਣ ਸੀਗੀ, ਸਾਰੇ ਖੜੇ ਸੀ ਬਾਹਰ। ਉਹਨੇ ਫਿਰ ਲਾੜੇ ਨੂੰ ਜਾ ਕੇ ਉਹਦਾ ਸਿਹਰਾ ਸੂਰਾ ਤੋੜਤਾ, ਫੁੱਲ ਤੋੜਤੇ ਤੇ ਸਾਰਾ ਉੱਥੇ। ਬਾਅਦ ਚ ਉਹਨੇ ਮੈਨੂੰ ਫੋਨ ਲਾਇਆ ਵੀ ਮਾਸੀ ਐਂ ਕਰਕੇ ਵੀ ਤੁਸੀਂ ਆ ਜਾਓ। ਅਸੀਂ ਫਿਰ ਚਲੇ ਗਏ ਉੱਥੇ ਸਾਰੇ ਜਿਹੜੇ। ਮੈਂ ਉਹਦੀ ਮੰਮੀ ਨੂੰ ਬੁਲਾਇਆ, ਫਿਰ ਸਾਨੂੰ ਜਾ ਕੇ ਧਮਕੀਆਂ ਦੇਣ ਲੱਗ ਗਏ, ਆਏ ਆ ਜਿਉਂ ਤੁਸੀਂ ਕੀ ਕਰ ਦੋਗੇ, ਐਂ ਕਰ ਦੋਗੇ, ਜਿਉਂ ਕਰ ਦੋ। ਮੈਂ ਕਿਸੇ ਦੀ ਬੇਟੀ ਦੀ ਜ਼ਿੰਦਗੀ ਖਰਾਬ ਕਰਕੇ ਥੋੜਾ ਵਿਆਹ ਕਰਾਉਂਗਾ ਤੂੰ। ਤੇ ਉੱਥੇ ਬਾਅਦ ਚ ਅਸੀਂ ਪੁਲਿਸ ਬੁਲਾ ਲਈ, ਪੁਲਿਸ ਵਾਲੇ ਇਹਨਾਂ ਨੂੰ ਲੈ ਗਏ ਥਾਣੇ ਜੀ। ਉਹ ਕਹਿੰਦੇ ਤੁਸੀਂ ਉੱਥੇ ਆ ਕੇ ਥਾਣੇ ਵੀ ਆ ਜਾਓ, ਤੁਸੀਂ ਉੱਥੇ ਕਰ ਦਿੰਦੇ ਨਵੇੜਾ ਜੀ। ਕਹਿੰਦਾ ਸੀ ਮੈਂ ਵਿਆਹ ਨਹੀਂ ਕਰਾਉਣਾ, ਪੈਸੇ ਦੇ ਦਿਓ। ਬੇਟੀ ਕਹਿੰਦੀ ਵੀ ਨਹੀਂ, ਪੈਸਾ ਮੈਂ ਕੋਈ ਨਹੀਂ ਲੈਣਾ, ਮੈਂ ਤਾਂ ਤੇਰੇ ਨਾਲ ਹੀ ਰਹਿਣਾ। ਠੀਕ ਹੈ, ਸਾਡੇ ਨਾਲ ਜਗਸੀਰ ਵੀ ਜੁੜ ਚੁੱਕੇ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ। ਖੈਰ ਹੁਣ ਸਭ ਕੁਝ ਆਲਵੇਜ਼ ਵੈਲ ਤਾਂ ਹੋ ਚੁੱਕਿਆ ਹੈ। ਜਗਸੀਰ, ਤੁਹਾਡੇ ਤੋਂ ਸਮਝਣਾ ਚਾਹਾਂਗੇ ਪੂਰਾ ਘਟਨਾਕ੍ਰਮ। ਤੁਹਾਡੇ ਉੱਤੇ ਇਲਜ਼ਾਮ ਨੇ, ਤੁਹਾਡੇ ਪਰਿਵਾਰ ਦੇ ਉੱਤੇ, ਕਿ ਤੁਸੀਂ ਬਹੁਤ ਜ਼ਿਆਦਾ ਲਾਰੇ ਲਗਾ ਰਹੇ ਸੀ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਹੈ। ਅਸੀਂ ਸਮਾਜਿਕ ਰਿਸ਼ਤਿਆਂ ਦਾ ਜ਼ਿਕਰ ਕਰ ਰਹੇ ਹਾਂ, ਜ਼ਿੰਮੇਵਾਰੀ ਹੁੰਦੀ ਹੈ ਹਰ ਕਿਸੇ ਦੀ ਜਦੋਂ ਵਿਆਹ ਵਰਗਾ ਕੋਈ ਕੰਮ ਹੋਵੇ। ਤੁਹਾਡੇ ਤੇ ਇਲਜ਼ਾਮ ਨੇ ਕਿ ਤੁਸੀਂ ਉਸ ਦਾ ਕੋਈ ਧਿਆਨ ਹੀ ਨਹੀਂ ਰੱਖਿਆ ਤੇ ਤੁਸੀਂ ਹੋਰ ਕਿਸੇ ਥਾਂ ਦੇ ਉੱਤੇ ਵਿਆਹ ਕਰਵਾਉਣ ਜਾ ਰਹੇ ਸੀ, ਜਦਕਿ ਤੁਹਾਡਾ ਰਿਸ਼ਤਾ ਕਿਤੇ ਹੋਰ ਜੁੜਿਆ ਹੋਇਆ ਸੀ। ਹਾਂਜੀ। ਜਗਸੀਰ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਜੋ ਪੂਰਾ ਘਟਨਾਕ੍ਰਮ ਹੋਇਆ? ਬਹੁਤ ਹੋ ਗਿਆ ਹੁਣ ਤਾਂ ਜਿਹੜਾ ਕੋ ਹੋਣਾ ਜੀ। ਜੀ। ਹਾਂਜੀ ਹਾਂਜੀ। ਨਹੀਂ, ਜਿੱਥੇ ਤੁਹਾਡਾ ਵਿਆਹ ਫਿਕਸ ਹੋਇਆ ਸੀ, ਜਿੱਥੇ ਤੁਸੀਂ ਡੋਲੀ ਵਾਲੀ ਕਾਰ ਲੈ ਕੇ ਜਾ ਰਹੇ ਸੀ, ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ? ਉਹਨਾਂ ਨੂੰ ਹੁਣ ਕੋਈ ਇਤਰਾਜ਼ ਨਹੀਂ? ਉਹਨਾਂ ਨੇ ਵੀ ਤਾਂ ਕੋਈ ਗੱਲ ਕਹੀ ਹੋਏਗੀ ਕਿ ਸਾਡੀ ਕੁੜੀ ਦੇ ਨਾਲ ਤੁਸੀਂ ਇਸ ਤਰ੍ਹਾਂ ਕਿਉਂ ਕਰ ਦਿੱਤਾ? ਨਾ, ਕੋਈ ਇਤਰਾਜ਼ ਨਹੀਂ ਹੋ ਗਿਆ, ਫਾਈਨਲ ਉਹਨਾਂ ਨੇ ਨਿਬੜ ਗਏ। ਪੁਲਿਸ ਵਾਲੇ ਕੀ ਕਹਿੰਦੇ ਸੀ? ਪੁਲਿਸ ਵਾਲੇ ਨੂੰ ਬਸ ਕੁਛ ਨਹੀਂ, ਜਾਂ ਉਹਦੇ ਜੇਲ੍ਹ ਹੋਊਗੀ ਤੇ ਜਾਂ ਤੈਨੂੰ ਵੀ ਏਦਾਂ ਕੁੜੀ ਲਿਆਣੀ ਪਊਗੀ ਜੀ। ਹਾਂਜੀ। ਨਹੀਂ ਜਗਸੀਰ, ਤੁਹਾਡੀ ਕਾਰ ਕਿੱਥੇ ਖਰਾਬ ਹੋ ਗਈ ਸੀ? ਕਾਸਾ ਜਿੱਥੇ ਫਲੈਟ ਬਣੇ ਹੋਏ ਆ ਜੀ, ਉੱਥੇ ਮੈਂ ਜਿੱਥੇ ਕੰਮ ਕਰਦਾ ਉਹਦੇ ਮੂਹਰੇ ਹੋਈ ਗੱਡੀ ਖਰਾਬ। ਅੱਛਾ, ਤੇ ਫਿਰ ਉੱਥੇ ਜਿਹੜੀ ਕੁੜੀ ਆ ਉਹ ਵੀ ਪਹੁੰਚ ਗਈ ਆ? ਉੱਥੇ ਕਿਤੇ ਨੇੜੇ ਕੰਮ ਕਰ ਰਹੀ ਸੀ? ਕੰਮ ਕਰਨ ਜਾਂਦੀ, ਉਹ ਕੰਮ ਕਰਨ ਜਾਂਦੀ ਹੁੰਦੀ ਉੱਥੇ ਸੁਬਾਹ 8 ਵਜੇ। ਅੱਛਾ ਜੀ। ਤੇ 7:30 ਸਾਡੀ ਗੱਡੀ ਖਰਾਬ ਹੋਈ। 8 ਵਜੇ ਆ ਕੇ ਤੇ ਏਦਾਂ ਪਤਾ ਲੱਗ ਗਿਆ ਉਹਨਾਂ ਨੂੰ, ਉਹ ਰੌਲਾ ਪਾਉਣ ਲੱਗ ਗਈ ਕਾਫੀ। ਗੱਡੀ ਤੋਂ ਫੁੱਲ ਪੜਦੇ, ਚਿਹਰਾ ਸੂਰਾ ਮੇਰਾ ਪਾਸਪੋਰਟ ਦਿੱਤਾ ਸੀਗਾ, ਪੱਗ ਪੁੱਗ ਲਾਤੀ ਜੀ। ਹਾਂਜੀ ਹਾਂਜੀ। ਅੱਛਾ, ਜਿੱਥੇ ਵਿਆਹ ਹੋ ਰਿਹਾ ਸੀ ਤੁਹਾਡੀ ਮਰਜ਼ੀ ਨਾਲ ਹੋ ਰਿਹਾ ਸੀ ਕਿ ਨਹੀਂ? ਤੁਸੀਂ ਕੀ ਚਾਹੁੰਦੇ ਸੀ ਕਿ ਤੁਸੀਂ ਵਿਆਹ ਕਿੱਥੇ ਕਰਵਾਓ? ਮਰਜ਼ੀ ਨਾਲ ਵੀ ਹੋ ਰਿਹਾ ਸੀ, ਨਹੀਂ ਵੀ ਹੋ ਰਿਹਾ। ਨਹੀਂ, ਮਤਲਬ ਤੁਸੀਂ ਕਨਫਿਊਜ਼ ਸੀ? ਇਹ ਜ਼ਰੂਰੀ ਹੁੰਦਾ ਨਾ। ਦੇਖੋ, ਅਸੀਂ ਇਸ ਸਮੇਂ ਤੁਹਾਡੇ ਨਾਲ ਕਿਉਂ ਗੱਲ ਕਰ ਰਹੇ ਹਾਂ, ਤਾਂ ਕਿ ਲੋਕਾਂ ਤੱਕ ਇੱਕ ਮੈਸੇਜ ਵੀ ਪਹੁੰਚਣਾ ਜ਼ਰੂਰੀ ਹੁੰਦਾ ਹੈ ਕਿ ਜਿਹੜੇ ਰਿਸ਼ਤੇ ਹੁੰਦੇ ਨੇ ਬਹੁਤ ਪਵਿੱਤਰ ਹੁੰਦੇ ਨੇ। ਜਦੋਂ ਅਸੀਂ ਵਿਆਹ ਦਾ ਪਤੀ ਪਤਨੀ ਦਾ ਜ਼ਿਕਰ ਕਰਦੇ ਹਾਂ, ਮਤਲਬ ਜਿਹੜਾ ਜਿੱਥੇ ਤੁਹਾਡਾ ਵਿਆਹ ਹੋਣ ਜਾ ਰਿਹਾ ਸੀ, ਜਿਸ ਦੇ ਲਈ ਤੁਸੀਂ ਡੋਲੀ ਵਾਲੀ ਕਾਰ ਲੈ ਕੇ ਨਿਕਲੇ ਸੀ, ਉੱਥੇ ਤੁਹਾਡੀ ਮਰਜ਼ੀ ਦੇ ਖਿਲਾਫ ਹੋ ਰਿਹਾ ਸੀ ਉਹ ਰਿਸ਼ਤਾ? ਨਹੀਂ, ਹੋ ਤਾਂ ਮਰਜ਼ੀ ਦੇ, ਮਾਂ ਦੀ ਮਰਜ਼ੀ ਨਹੀਂ ਹੋ ਰਿਹਾ ਸੀ। ਨਹੀਂ, ਜਿੱਥੇ ਹੁਣ ਹੋਇਆ ਫਿਰ ਉੱਥੇ ਤੁਹਾਡੀ ਮਰਜ਼ੀ ਦੇ ਖਿਲਾਫ ਹੋਇਆ? ਨਾ, ਹੁਣ ਵੀ ਮਰਜ਼ੀ ਨਹੀਂ ਹੋ ਗਿਆ, ਜਿਹੜਾ ਹੋ ਗਿਆ ਬਸ। ਨਹੀਂ, ਫਿਰ ਮਰਜ਼ੀ ਤਾਂ ਇੱਕ ਪਾਸੇ ਹੋ ਸਕਦੀ ਸੀ ਨਾ, ਦੋਨੋਂ ਪਾਸੇ ਤਾਂ ਨਹੀਂ ਹੋ ਸਕਦੀ ਸੀ। ਉਹ ਕਰਨਾ ਪੈਣਾ ਜੀ, ਕਰਨਾ ਹੀ ਪੈਣਾ ਜਿਹੜਾ ਹੋਊਗਾ ਜੀ। ਤੇ ਹੁਣ ਪਰਿਵਾਰ ਰਾਜ਼ੀ ਖੁਸ਼ੀ ਨੇ ਸਾਰੇ? ਹਾਂਜੀ ਹਾਂਜੀ, ਸਾਰੇ ਰਾਜ਼ੀ ਖੁਸ਼ੀ ਹੈ ਜੀ। ਕਿਉਂਕਿ ਉਹਨਾਂ ਨੇ ਵੀ ਤਾਂ ਅਰੇਂਜਮੈਂਟ ਕੀਤਾ ਹੋਣਾ ਜਿੱਥੇ ਤੁਸੀਂ ਜਾ ਰਹੇ ਸੀ ਵਿਆਹ ਕਰਨ ਜਿਸ ਕੁੜੀ ਦੇ ਨਾਲ, ਉਹਨਾਂ ਤੇ ਵੀ ਕੀ ਬੀਤਰੀ ਹੋਏਗੀ ਉਹ ਵੀ ਅੰਦਾਜ਼ਾ ਲਗਾ ਸਕਦੇ ਆ ਕਿ ਕਿਸੇ ਦੇ ਘਰ ਕੋਈ ਵਿਆਹ ਵਾਲਾ ਘਰ ਹੋਵੇ ਤੇ ਉੱਥੇ ਇਸ ਤਰੀਕੇ ਨਾਲ ਮਾਹੌਲ ਬਣ ਜਾਏ। ਨਹੀਂ ਸਰ, ਉਹ ਸਾਰੀ ਗੱਲ ਹੋ ਗਈ ਉਹਨਾਂ ਨਾਲ। ਤੁਹਾਨੂੰ ਅਫਸੋਸ ਹੈ ਕਿ ਤੁਸੀਂ ਇਸ ਤਰੀਕੇ ਨਾਲ ਕੀਤਾ? ਤੁਹਾਨੂੰ ਬਹੁਤ ਸਟੈਂਡ ਕਲੀਅਰ ਲੈਣਾ ਚਾਹੀਦਾ ਸੀ ਕਿ ਜਿੱਥੇ ਵੀ ਤੁਸੀਂ ਵਿਆਹ ਕਰਵਾਉਣਾ। ਹੋਰ ਅਫਸੋਸ ਤਾਂ ਬਹੁਤ ਹੈ ਵੀ ਬਹੁਤ ਗਲਤ ਕੰਮ ਹੋਇਆ ਜੋ ਵੀ। ਹਾਂਜੀ ਹਾਂਜੀ। ਨਹੀਂ, ਫਿਰ ਜਦੋਂ ਤੁਸੀਂ ਥਾਣੇ ਪਹੁੰਚੇ ਹੋ ਫਿਰ ਉੱਥੇ ਕੀ ਪੰਚਾਇਤ ਸੱਦ ਲਈ ਗਈ ਸੀ? ਉੱਥੇ ਕੀ ਕੁਝ ਹੋਇਆ? ਪੰਚਾਇਤ ਸੱਦ ਲਈ ਸੀ, ਮੀਡੀਆ ਵਾਲੇ ਸੱਦ ਲਈ ਸੀ ਜੀ, ਕੁੜੀ ਵਾਲੇ ਨੇ ਜੀ।
ਤੇ ਉਹ ਕਾਫੀ ਰੌਲਾ ਜਿਹਾ ਵੀ ਜਾਂ ਤਾਂ ਕਹਿੰਦੇ ਵੀ ਤੁਹਾਨੂੰ ਜੇਲ੍ਹ ਹੋਊਗੀ ਇਦਾਂ ਹੀ, ਤੇ ਜਾਂ ਫਿਰ ਅੱਗੇ ਨਾਲ ਕੁੜੀ ਲਿਆਣੀ ਪਊਗੀ। ਹੂੰ ਹਾਂਜੀ ਨਹੀਂ ਫਿਰ ਉੱਥੇ ਕੁੜੀ ਵਾਲੇ ਨਹੀਂ ਸੱਦੇ, ਜਿਹੜੀ ਦੂਜੀ ਕੁੜੀ ਵਾਲੇ ਸੀਗੇ ਉਹਨਾਂ ਨੂੰ ਵੀ ਸੱਦਿਆ ਗਿਆ ਉੱਥੇ? ਨਹੀਂ ਨਹੀਂ, ਉਹ ਨਹੀਂ ਆਈ ਜੀ ਉੱਥੇ। ਫਿਰ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਹੀ ਫੈਸਲਾ ਕਰ ਦਿੱਤਾ ਪੁਲਿਸ ਨੇ ਵੀ? ਹਾਂਜੀ ਹਾਂਜੀ, ਉਹ ਵੀ ਜੀ ਗੱਲ ਉਹਨਾਂ ਨਾਲ ਸਾਰੀ ਹੋ ਗਈ ਸੀ, ਪਹਿਲਾਂ ਫੋਨ ਤੇ ਹੋਈ ਸੀ। ਉਹਨਾਂ ਦੇ ਵੀ ਚਲੋ ਜੋ ਵੀ ਹੋ ਗਿਆ ਠੀਕ ਹੋ ਗਿਆ, ਤੁਹਾਨੂੰ ਪਹਿਲਾਂ ਪਤਾ ਤਾਂ ਲੱਗ ਗਿਆ, ਬਾਅਦ ਚ ਪਤਾ ਲੱਗਣਾ, ਬਾਅਦ ਚ 2 ਘਰ ਬਰਬਾਦ ਹੋਣੇ ਸੀ। ਹੂੰ ਹਾਂਜੀ ਹਾਂਜੀ। ਤੇ ਕਿੰਨੇ ਲੋਕ ਤੁਸੀਂ ਜਾ ਰਹੇ ਸੀਗੇ? ਕਿੰਨੀਆਂ ਗੱਡੀਆਂ 'ਚ ਜਾ ਰਹੇ ਸੀ? ਇੱਕ ਗੱਡੀ ਜਾ ਰਹੇ 4 ਜਣੇ। ਅੱਛਾ, ਹਾਂਜੀ ਯਾਨੀ ਕਿ ਉਹ ਜਿਹੜਾ ਕਰਫਿਊ ਦੀ ਵਜ੍ਹਾ ਕਰਕੇ ਤੁਸੀਂ ਜ਼ਿਆਦਾ ਮੈਂਬਰ ਵੀ ਨਹੀਂ ਲੈ ਕੇ ਗਏ? ਹਾਂਜੀ ਹਾਂਜੀ, ਉਹ ਲਿਖਾਇਆ ਹੋਇਆ ਸੀ ਸਾਰਾ ਹੀ ਪੁਲਿਸ ਦਫ਼ਤਰੋਂ ਜੀ 4 ਜਣੇ ਮਨਜ਼ੂਰ ਕੀਤੇ ਸੀ ਉਹਨਾਂ ਨੇ, 4 ਜਣੇ ਜਾ ਸਕਦੇ, 4 ਠੀਕ ਤੋਂ ਹੈ ਵੱਧ ਨਹੀਂ। ਜੀ। ਤੇ ਫਿਰ ਤੁਹਾਡਾ ਜਿਹੜਾ ਵਿਆਹ ਉਹ ਕਿੱਥੇ ਹੋਇਆ ਫਿਰ? ਉਹ ਗੁਰਦੁਆਰੇ ਹੋਏ, ਗੁਰਦੁਆਰੇ ਆਨੰਦ ਘਰ ਹੋਏ। ਅੱਛਾ ਜੀ, ਉਹ ਤੁਸੀਂ ਨੇੜੇ ਦੇ ਗੁਰਦੁਆਰੇ ਦੇ ਵਿੱਚ ਗਏ, ਪੁਲਿਸ ਵਾਲੇ ਉੱਥੇ ਨਾਲ ਹੋਣੇ? ਹਾਂਜੀ ਹਾਂਜੀ। ਚਲੋ ਠੀਕ ਹੈ ਜਗਸੀਰ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਮਨਜਿੰਦਰ ਜੀ ਵੀ ਸਾਡੇ ਨਾਲ ਸੀ, ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਹ ਪੂਰਾ ਮਾਮਲਾ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਬਹੁਤ ਜ਼ਿਆਦਾ ਕਨਫਿਊਜ਼ਨ ਹੋਵੇ ਅਜਿਹੇ ਮਾਹੌਲ ਦੇ ਵਿੱਚ, ਜਾਂ ਕਹੀਏ ਕਿ ਅਜਿਹੇ ਰਿਸ਼ਤਿਆਂ ਦੇ ਜੁੜਨ ਸਮੇਂ, ਤਾਂ ਉਦੋਂ ਕਿਸ ਤਰੀਕੇ ਨਾਲ ਪ੍ਰਭਾਵਿਤ ਲੋਕ ਹੋ ਸਕਦੇ ਨੇ ਉਸ ਦਾ ਅੰਦਾਜ਼ਾ ਲਗਾਉਣਾ ਵੀ ਸ਼ਾਇਦ ਮੁਸ਼ਕਿਲ ਹੈ। ਤੁਸੀਂ ਦੇਖੋ ਇੱਕ ਪਾਸੇ ਤੁਸੀਂ ਦੇਖੋ ਕਿ ਜਿਸ ਕੁੜੀ ਦੇ ਨਾਲ ਵਿਆਹ ਹੋਣ ਜਾ ਰਿਹਾ ਸੀ, ਲਾਜ਼ਮੀ ਤੌਰ ਤੇ ਉਸ ਦੇ ਪਰਿਵਾਰ ਨੇ ਬਹੁਤ ਸਾਰੀ ਅਰੇਂਜਮੈਂਟਸ ਕੀਤੇ ਹੋਣਗੇ। ਹਾਲਾਂਕਿ ਕਰਫਿਊ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਲੋਕਾਂ ਦੀ ਉੱਥੇ ਤਾਦਾਦ ਨਹੀਂ ਹੋਏਗੀ, ਪਰ ਉਹਨਾਂ ਨੇ ਵੀ ਇੱਕ ਜਿਹੜੇ ਸਰਨੇ ਨੇ ਉਹ ਲਾਜ਼ਮੀ ਤੌਰ ਤੇ ਸੰਜੋਏ ਹੋਣਗੇ। ਪਰ ਦੂਜੇ ਪਾਸੇ ਜਿਸ ਕੁੜੀ ਦੇ ਨਾਲ ਹੁਣ ਵਿਆਹ ਹੋਇਆ, ਜੋ ਪ੍ਰੇਮਿਕਾ ਦੱਸੀ ਜਾ ਰਹੀ ਹੈ, ਉਸ ਦੇ ਨਾਲ ਵੀ ਕਿਤੇ ਨਾ ਕਿਤੇ ਜ਼ਰੂਰ ਇਹ ਦਿੱਕਤ ਹੋਣ ਜਾ ਰਹੀ ਸੀ ਕਿ ਜੇਕਰ ਦੂਜੇ ਪਾਸੇ ਵਿਆਹ ਹੋ ਜਾਂਦਾ। ਹੁਣ ਜਗਸੀਰ ਖੁਦ ਅਫਸੋਸ ਕਰ ਰਿਹਾ ਹੈ ਆਪਣੀ ਉਸ ਗੱਲ ਦੇ ਉੱਤੇ, ਤੇ ਕਹਿ ਰਿਹਾ ਹੈ ਕਿ ਉਸ ਨੂੰ ਬਹੁਤ ਅਫਸੋਸ ਹੈ ਕਿ ਇਸ ਤਰੀਕੇ ਦਾ ਪੂਰਾ ਘਟਨਾਕ੍ਰਮ ਵਾਪਰਿਆ ਹੈ। ਗੱਡੀ ਖਰਾਬ ਹੋਣ ਦੀ ਵਜ੍ਹਾ ਨਾਲ ਇਹ ਪੂਰੇ ਮਾਮਲੇ ਦਾ ਖੁਲਾਸਾ ਹੁੰਦਾ ਹੈ, ਤੇ ਆਖਿਰ ਤੁਸੀਂ ਕਹਿ ਸਕਦੇ ਹੋ ਕਿ ਗੱਡੀ ਦੀ ਖਰਾਬੀ ਨੇ 2 ਘਰ ਬਰਬਾਦ ਹੋਣ ਤੋਂ ਜ਼ਰੂਰ ਬਚਾ ਲਿਆ। ਹੰਗਾਮਾ ਕਰ ਰਹੇ ਇਹ ਬਰਾਤੀ ਨੇ ਜੋ ਮੋਗਾ ਦੇ ਪਿੰਡ ਖੋਸਾ ਤੋਂ ਵਿਆਹ ਦੇ ਲਈ ਨਿਕਲੇ, ਪਰ ਰਾਹ ਦੇ ਵਿੱਚ ਲਾੜੇ ਦੀ ਇਹ ਫੁੱਲਾਂ ਵਾਲੀ ਕਾਰ ਖਰਾਬ ਹੋ ਗਈ ਤੇ ਫਿਰ ਸ਼ੁਰੂ ਹੋ ਗਿਆ ਹੰਗਾਮਾ। ਹੰਗਾਮੇ ਦੀ ਵਜ੍ਹਾ ਕਾਰ ਖਰਾਬ ਹੋਣਾ ਨਹੀਂ, ਸਗੋਂ ਲਾੜੇ ਦੀ ਕਰਤੂਤ ਸੀ। ਦਰਅਸਲ ਜਿੱਥੇ ਵਿਆਹ ਵਾਲੀ ਕਾਰ ਖਰਾਬ ਹੋਈ, ਉੱਥੇ ਲਾੜੇ ਦੀ ਪ੍ਰੇਮਿਕਾ ਲੰਘ ਰਹੀ ਸੀ, ਜਿਸਨੇ ਆਪਣੇ ਪ੍ਰੇਮੀ ਨੂੰ ਜਦੋਂ ਲਾੜੇ ਦੇ ਲਿਬਾਸ ਦੇ ਵਿੱਚ ਦੇਖਿਆ ਤਾਂ ਆਪਣਾ ਆਪਾ ਖੋ ਬੈਠੀ। ਖੂਬ ਹੰਗਾਮਾ ਹੋਇਆ, ਇੱਥੋਂ ਤੱਕ ਕਿ ਭੜਕੀ ਪ੍ਰੇਮਿਕਾ ਨੇ ਲਾੜੇ ਦਾ ਸਿਹਰਾ ਤੱਕ ਉਤਾਰ ਦਿੱਤਾ। ਸੜਕ ਦੇ ਵਿਚਾਲੇ ਹੰਗਾਮਾ ਅਜਿਹਾ ਹੋਇਆ ਕਿ ਗੱਲ ਥਾਣੇ ਤੱਕ ਪਹੁੰਚ ਗਈ, ਜਿੱਥੇ ਕਰੀਬ 6 ਘੰਟੇ ਬਾਅਦ ਜਾ ਕੇ ਦੋਵਾਂ ਵਿਚਾਲੇ ਸਮਝੌਤਾ ਹੋਇਆ। ਇੰਨਾ ਹੀ ਨਹੀਂ, ਇਸ ਸਮਝੌਤੇ ਤਹਿਤ ਦੋਵਾਂ ਦਾ ਵਿਆਹ ਵੀ ਕਰਵਾ ਦਿੱਤਾ ਗਿਆ। ਕੁਝ ਗਿਆ ਸੀ, ਉਹਦਾ ਇੱਕ ਪ੍ਰੇਮ ਸੰਬੰਧ ਚੱਲਦੇ ਸੀ ਕਿਸੇ ਮੁੰਡੇ ਨਾਲ, ਉਹ ਕੋਸਾ ਬਾਣੋ ਦਾ ਰਹਿਣ ਵਾਲਾ ਸੀਗਾ, ਜਗਸੀਰ ਸਿੰਘ ਨਾਂ ਸੀ ਉਹਦਾ। ਉਹ ਇਹਦੇ ਬਿਨਾਂ ਮਰਜ਼ੀ ਤੋਂ ਪਹਿਲਾਂ ਇਹਦੇ ਨਾਲ ਅੰਗੇਜਮੈਂਟ ਕੀਤੀ, ਸਾਰਾ ਉਹ ਕਰਤਾ, ਇਹ ਤੋਂ ਬਿਨਾਂ ਉਹ ਵਿਆਹ ਕਿਤੇ ਹੋਰ ਕਰਾਉਣ ਲੱਗਾ ਸੀਗਾ। ਤੇ ਅਚਾਨਕ ਜਦੋਂ ਰਾਤ ਜਾਣ ਲੱਗੇ ਤਾਂ ਉਹਨਾਂ ਦੀ ਗਲੀ ਦੇ ਵਿੱਚ ਹੀ ਆ ਕੇ ਜਿੱਥੇ ਕੰਮ ਇਕੱਠੇ ਕਰਦੇ ਸੀ, ਉੱਥੇ ਹੀ ਗੱਡੀ ਖਰਾਬ ਹੋ ਗਈ ਉਹਨਾਂ ਦੀ। ਉਹ ਜਦੋਂ ਗੱਡੀ ਖਰਾਬ ਦੇ ਲੋਕ ਇਕੱਠੇ ਹੋਏ ਤੇ ਉਹ ਕੁੜੀ ਨੂੰ ਪਤਾ ਲੱਗਿਆ ਵੀ ਜਿਹੜੇ ਨਾਲ ਮੇਰਾ ਅੰਗੇਜਮੈਂਟ ਸੰਬੰਧ ਚੱਲਦੇ ਸੀ ਪਹਿਲਾਂ, ਤੇ ਉਹੀ ਕਿਤੇ ਹੋਰ ਵਿਆਹ ਕਰਾਉਣ ਚੱਲਿਆ। ਤੇ ਉਹਦੇ ਨਾਲ ਹੀ ਉਹਨੇ ਰੌਲਾ ਪਾ ਕੇ ਸਾਨੂੰ ਸ਼ਿਕਾਇਤ ਕੀਤੀ, ਤੇ ਅਸੀਂ ਮੌਕੇ ਤੇ ਜਾ ਕੇ ਇਹਨਾਂ ਨੂੰ ਕਾਬੂ ਕੀਤਾ। ਜਦੋਂ ਇਹਨਾਂ ਦੇ ਆਵਾਜ਼ ਬਾਅਦ 'ਚ ਮਾਂ ਪਿਓ ਵੀ ਆ ਗਏ, ਤੇ ਉਹਨਾਂ ਦੇ ਮੋਹਤਬਾਰ ਬੰਦਿਆਂ ਨੇ ਆ ਕੇ ਵਿੱਚ ਰਾਜੀਨਾਮਾ ਕਰਾ ਕੇ ਇਸੇ ਮੁੰਡੇ ਨੇ ਉਸੇ ਕੁੜੀ ਦਾ ਵਿਆਹ। ਜਾਣਕਾਰੀ ਮੁਤਾਬਕ ਦੋਵੇਂ ਇੱਕੋ ਥਾਂ ਕੰਮ ਕਰਦੇ ਸਨ ਅਤੇ 3 ਸਾਲ ਤੋਂ ਦੋਵਾਂ ਵਿਚਾਲੇ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਜਾਣਕਾਰੀ ਇਹ ਵੀ ਹੈ ਕਿ ਮੁੰਡੇ ਦਾ ਇਸੇ ਕੁੜੀ ਦੇ ਨਾਲ 5 ਮਾਰਚ ਨੂੰ ਵਿਆਹ ਪੱਕਾ ਕੀਤਾ ਗਿਆ ਸੀ, ਜੋ ਕਰਫਿਊ ਕਾਰਨ ਟਾਲ ਦਿੱਤਾ ਗਿਆ। ਹੁਣ ਮੁੰਡਾ ਚੋਰੀ ਛੁਪੇ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਕਰਵਾਉਣ ਚੱਲਾ ਸੀ, ਪਰ ਉਸ ਦੀ ਇਹ ਚਲਾਕੀ ਚੱਲੀ ਨਹੀਂ ਤੇ ਸੜਕ ਉੱਤੇ ਹੋਏ ਖੂਬ ਹੰਗਾਮੇ ਤੋਂ ਬਾਅਦ ਵਿਆਹ ਪ੍ਰੇਮਿਕਾ ਨਾਲ ਹੀ ਕਰਵਾਉਣਾ ਪਿਆ। ਮੋਗਾ ਤੋਂ ਦੀਪਕ ਸਿੰਘਲਾ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ ਤੇ ਕਰੋਨਾ ਦੇ ਕਹਿਰ ਦਾ ਹੁਣ ਜ਼ਿਕਰ ਹੋਵੇਗਾ। ਜੀ ਹਾਂ, ਲਾਕਡਾਊਨ ਦਾ ਪਾਰਟ 2 ਚੱਲ ਰਿਹਾ ਤੇ ਸਭ ਦੇ ਵਿਚਾਲੇ
ਨੀਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਗੱਲ ਕਰਾਂਗੇ ਉਸ ਆਗੂ ਦੀ ਜੋ ਪੰਜਾਬ ਦੇ ਵਿੱਚ ਖੂਬ ਚਰਚਿਤ ਚਿਹਰਾ ਹੈ, ਕਦੇ ਚੁੱਪ ਰਹਿਣ ਦੀ ਵਜ੍ਹਾ ਦੇ ਨਾਲ, ਕਦੇ ਬੋਲਣ ਦੀ ਵਜ੍ਹਾ ਨਾਲ। ਹੁਣ ਚਰਚਾ ਦੇ ਵਿੱਚ ਹੈ ਮਾਸਕ ਨਾ ਲਗਾਉਣ ਦੀ ਵਜ੍ਹਾ ਨਾਲ, ਹੁਣ ਚਰਚਾ ਦੇ ਵਿੱਚ ਹੈ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਣ ਦੀ ਵਜ੍ਹਾ ਦੇ ਨਾਲ। ਗੱਲ ਨਵਜੋਤ ਸਿੰਘ ਸਿੱਧੂ ਦੀ ਅਸੀਂ ਕਰ ਰਹੇ ਹਾਂ। ਜੀ ਹਾਂ, ਨਿਯਮਾਂ ਦੀ ਪਾਲਣਾ ਸਿੱਧੂ ਨਹੀਂ ਕਰ ਰਹੇ। ਸਿੱਧੂ ਨੂੰ ਕਰੋਨਾ ਦਾ ਕੋਈ ਖੌਫ ਨਹੀਂ। ਫਿਰ ਬਿਨਾਂ ਮਾਸਕ ਤੋਂ ਲੋਕਾਂ ਦੇ ਵਿਚਾਲੇ ਪਹੁੰਚੇ ਨੇ ਸਿੱਧੂ। ਅੰਮ੍ਰਿਤਸਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਿੱਧੂ ਦੇ ਵੱਲੋਂ ਰਾਸ਼ਨ ਵੰਡਿਆ ਗਿਆ। ਨਵਜੋਤ ਸਿੰਘ ਸਿੱਧੂ ਦੇ ਨਾਲ ਲੋਕਾਂ ਦਾ ਹਜੂਮ ਨਜ਼ਰ ਆਇਆ। ਪਹਿਲਾਂ ਵੀ ਕਈ ਵਾਰ ਬਿਨਾਂ ਮਾਸਕ ਨਜ਼ਰ ਆਏ ਨੇ ਸਿੱਧੂ। ਪੰਜਾਬ ਦੇ ਵਿੱਚ ਬਿਨਾਂ ਮਾਸਕ ਲਗਾ ਕੇ ਘਰ ਤੋਂ ਬਾਹਰ ਨਿਕਲਣਾ ਜੁਰਮ ਹੈ। ਜ਼ਰੂਰੀ ਹੈ ਕਿ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੋ ਤਾਂ ਤੁਹਾਡੇ ਮੂੰਹ ਦੇ ਉੱਤੇ ਮਾਸਕ ਹੋਣਾ ਜ਼ਰੂਰੀ ਹੈ। ਉਹ ਚਾਹੇ ਤੁਸੀਂ ਰੁਮਾਲ ਬੰਨਿਆ ਹੋਵੇ ਜਾਂ ਕੋਈ ਹੋਰ ਘਰ ਦੇ ਵਿੱਚ ਹੀ ਬਣਾਇਆ ਗਿਆ ਮਾਸਕ ਜਾਂ ਫਿਰ ਪ੍ਰੋਪਰ ਮਾਸਕ। ਪਰ ਨਵਜੋਤ ਸਿੰਘ ਸਿੱਧੂ ਦੇ ਲਈ ਕੋਈ ਕਾਨੂੰਨ ਨਹੀਂ, ਸਿੱਧੂ ਦੇ ਸਮਰਥਕਾਂ ਦੇ ਲਈ ਕੋਈ ਨਿਯਮ ਨਹੀਂ। ਸਿੱਧੂ ਜੇਕਰ ਚਾਹਣਗੇ ਤਾਂ ਮਾਸਕ ਲਗਾਉਣਗੇ। ਕਾਨੂੰਨ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਅਸੀਂ ਮਾਸਕ ਲਗਾਈਏ ਜਾਂ ਨਾ ਲਗਾਈਏ। ਨਾਲ ਪੁਲਿਸ ਵਾਲੇ ਚੱਲ ਰਹੇ ਨੇ, ਦੇਖ ਲਓ, ਮੂੰਹ ਦੇ ਉੱਤੇ ਮਾਸਕ ਜ਼ਰੂਰ ਹੈ ਪਰ ਉਹਨਾਂ ਦੇ ਸਮਰਥਕਾਂ ਦੇ ਵਿਚਾਲੇ ਕਰੋਨਾ ਦਾ ਕੋਈ ਖੌਫ ਹੀ ਨਹੀਂ ਹੈ। ਸੋਸ਼ਲ ਡਿਸਟੈਂਸਿੰਗ ਇੰਚਾਂ ਦੇ ਹਿਸਾਬ ਦੇ ਨਾਲ ਹੋ ਰਹੀ ਹੈ ਕਿ 5-7 ਇੰਚ ਦਾ ਫਰਕ ਰੱਖ ਲਿਆ ਬਹੁਤ ਹੈ। ਹਾਲਾਂਕਿ ਇਹ ਕਿਹਾ ਜਾਂਦਾ ਕਿ 1.5 ਮੀਟਰ ਘੱਟੋ ਘੱਟ ਹੋਵੇ, 1.5-2 ਮੀਟਰ। ਆਮ ਤੌਰ ਤੇ ਲੋਕ 1.5 ਮੀਟਰ ਨੂੰ ਵੀ 3 ਮੀਟਰ ਦੇਖਦੇ ਨੇ ਕਿ ਅਸੀਂ ਆਪਣੇ ਆਪ ਦਾ ਬਚਾਅ ਕਰ ਲਈਏ। ਪਰ ਜੀ ਨਹੀਂ, ਨਵਜੋਤ ਸਿੰਘ ਸਿੱਧੂ ਇਸ ਤਰੀਕੇ ਨਾਲ ਹੀ ਰਹਿਣਗੇ। ਐਵੇਂ ਹੀ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਣਗੇ। ਜੋ ਕਾਨੂੰਨ ਹੈ ਲੋਕਾਂ ਦੇ ਲਈ ਹੈ, ਆਮ ਲੋਕਾਂ ਦੇ ਲਈ ਹੈ, ਜੋ ਸੜਕ ਤੇ ਨਿਕਲ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ। ਪਰ ਸਿੱਧੂ ਸਾਹਿਬ ਨੂੰ ਕੋਈ ਨਹੀਂ ਪੁੱਛੇਗਾ। ਸਵਾਲ ਅਸੀਂ ਸਰਕਾਰ ਨੂੰ ਵੀ ਪੁੱਛ ਰਹੇ ਹਾਂ ਕਿ ਤੁਹਾਡਾ ਵਿਧਾਇਕ ਹੈ, ਕਾਂਗਰਸ ਦੇ ਵਿਧਾਇਕ ਨੇ ਨਵਜੋਤ ਸਿੰਘ ਸਿੱਧੂ, ਤਾਂ ਆਖਿਰ ਕਿਉਂ ਕਾਨੂੰਨ ਉਹਨਾਂ ਦੇ ਉੱਤੇ ਲਾਗੂ ਨਹੀਂ ਹੋ ਰਿਹਾ? ਲੋਕਾਂ ਦੇ ਨਾਲ ਸੋਸ਼ਲ ਡਿਸਟੈਂਸਿੰਗ ਦੇਖੋ ਕਿਸ ਤਰੀਕੇ ਦੇ ਨਾਲ, ਕਦੀ ਮੋਢੇ ਉੱਤੇ ਹੱਥ ਰੱਖਦੇ ਨੇ, ਕਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ, ਕੋਈ ਉਹਨਾਂ ਨੂੰ ਸਲਾਮ ਕਰ ਰਿਹਾ ਹੈ। ਸਭ ਕੁਝ ਹੋ ਰਿਹਾ। ਇਹ ਲੱਗ ਰਿਹਾ ਕਿ ਜਿਵੇਂ ਕਰੋਨਾ ਕਾਲ ਤੋਂ ਪਹਿਲਾਂ ਦੀਆਂ ਤਸਵੀਰਾਂ ਹੋਣ। ਪਰ ਜੀ ਨਹੀਂ, ਅੱਜ ਦੀਆਂ ਤਸਵੀਰਾਂ ਨੇ ਜਦੋਂ ਸਿੱਧੂ ਲੋਕਾਂ ਦੇ ਵਿਚਾਲੇ ਪਹੁੰਚਦੇ ਨੇ ਰਾਸ਼ਨ ਵੰਡਣ ਦੇ ਲਈ, ਉਹਨਾਂ ਦੀ ਮਦਦ ਕਰਨ ਦੇ ਲਈ। ਪਰ ਸਵਾਲ ਇਹ ਹੈ ਕਿ ਜੇਕਰ ਵਿਧਾਇਕ, ਸਾਬਕਾ ਮੰਤਰੀ, ਸਾਬਕਾ ਕ੍ਰਿਕਟਰ, ਕਮੈਂਟੇਟਰ, ਕਾਮੇਡੀਅਨ, ਇੱਕ ਵੱਖਰੀ ਪਛਾਣ ਰੱਖਣ ਵਾਲਾ, ਲੋਕਾਂ ਦੇ ਵਿੱਚ ਬਹੁਤ ਜਿਸ ਦਾ ਨਾਮ ਹੈ, ਜੇਕਰ ਉਹੀ ਨਹੀਂ ਰੱਖੇਗਾ ਕਾਨੂੰਨ ਦਾ ਖਿਆਲ ਤਾਂ ਫਿਰ ਰੱਖੇਗਾ ਕੌਣ? ਕਿਵੇਂ ਅਸੀਂ ਕਿਸੇ ਨੂੰ ਜਾ ਕੇ ਕਹੀਏ? ਕਿਵੇਂ ਸਰਕਾਰ ਕਹੇਗੀ ਜਾਂ ਵਿਧਾਇਕ ਕਹਿਣਗੇ ਕਿ ਤੁਸੀਂ ਆਪਣੇ ਮੂੰਹ ਨੂੰ ਮਾਸਕ ਦੇ ਨਾਲ ਢੱਕ ਲਵੋ? ਜੇ ਅੱਗੇ ਤੋਂ ਕਿਸੇ ਵਿਧਾਇਕ ਨੂੰ ਸਵਾਲ ਕਿਸੇ ਨੇ ਪੁੱਛ ਲਿਆ ਕਿ ਸਿੱਧੂ ਸਾਹਿਬ ਤੇ ਤਾਂ ਕਾਰਵਾਈ ਹੋਈ ਨਹੀਂ, ਸਾਨੂੰ ਤੁਸੀਂ ਕਹਿ ਰਹੇ ਹੋ ਕਿ ਮਾਸਕ ਲਗਾ ਲਓ ਮੂੰਹ ਤੇ, ਤਾਂ ਫਿਰ ਜਵਾਬ ਕੀ ਹੋਏਗਾ ਸਰਕਾਰ ਦੇ ਨੁਮਾਇੰਦਿਆਂ ਦੇ ਕੋਲ? ਨਵਜੋਤ ਸਿੰਘ ਸਿੱਧੂ ਅੱਜ ਤੁਸੀਂ ਦੇਖਿਆ ਕਿ ਇੱਕ ਵਾਰ ਫਿਰ ਸੜਕਾਂ ਤੇ ਉਤਰੇ ਨੇ ਔਰ ਇੱਥੇ ਆ ਕੇ ਉਹਨਾਂ ਵੱਲੋਂ ਜਿਹੜੇ ਲੋਕ ਦਿਹਾੜੀਦਾਰ ਨੇ, ਮਜ਼ਦੂਰੀ ਕਰਕੇ ਆਪਣਾ ਘਰ-ਬਾਰ ਚਲਾਉਂਦੇ ਸੀ, ਤਾਂ ਉਹਨਾਂ ਨੂੰ ਅੱਜ ਰਾਸ਼ਨ, ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਵੱਲੋਂ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ। ਤਾਂ ਇਸ ਵੇਲੇ ਨਵਜੋਤ ਸਿੰਘ ਸਿੱਧੂ ਤੁਸੀਂ ਦੇਖੋ ਕਿ ਆਪਣੀ ਗੱਡੀ ਦੇ ਵਿੱਚ ਬੈਠ ਚੁੱਕੇ ਨੇ ਔਰ ਸੋਸ਼ਲ ਡਿਸਟੈਂਸਿੰਗ ਦਾ ਉਹਨਾਂ ਵੱਲੋਂ ਖਾਸ ਧਿਆਨ ਰੱਖਿਆ ਜਾਂਦਾ ਹੈ। ਤਾਂ ਜਿਹੜੀ ਉਹਨਾਂ ਦੀ ਨਾਲ ਟੀਮ ਹੈ ਉਹਨਾਂ ਵੱਲੋਂ ਵੀ ਜੋ ਗੱਡੀ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੁਸੀਂ ਦੇਖੋ ਕਿ ਇਸ ਵੇਲੇ ਹੁਣ ਇੱਥੋਂ ਰਵਾਨਾ ਹੋ ਰਹੇ ਨੇ ਔਰ ਉਹਨਾਂ ਵੱਲੋਂ ਇੱਥੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਹਰ ਵੇਲੇ ਉਹਨਾਂ ਦੀ ਮਦਦ ਦੇ ਲਈ ਤਿਆਰ ਨੇ। ਤਾਂ ਇਸ ਵੇਲੇ ਦੇਖੋ ਕਿ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੇ ਅੰਦਾਜ਼ ਦੇ ਲਈ ਹਮੇਸ਼ਾ ਜਾਣੇ ਜਾਂਦੇ ਨੇ। ਤਾਂ ਅੱਜ ਇੱਕ ਵਾਰ ਫਿਰ ਸਿੱਧੂ ਨੇ ਜੋ ਹੈ ਆਪਣੇ ਅੰਦਾਜ਼ ਦੇ ਵਿੱਚ ਲੋਕਾਂ ਦੇ ਨਾਲ ਇੱਥੇ ਗੱਲਬਾਤ ਵੀ ਕੀਤੀ ਔਰ ਇਹ ਭਰੋਸਾ ਉਹਨਾਂ ਵੱਲੋਂ ਦਿੱਤਾ ਗਿਆ ਕਿ ਲਗਾਤਾਰ ਉਹਨਾਂ ਵੱਲੋਂ ਲੋਕਾਂ ਤੱਕ ਜੋ ਜ਼ਰੂਰੀ ਸਮਾਨ ਹੈ, ਰਾਸ਼ਨ ਹੈ, ਉਹ ਪਹੁੰਚਾਇਆ ਜਾਏਗਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਇਸ ਤੋਂ ਪਹਿਲਾਂ ਜੋ ਡਾਕਟਰ ਨੇ, ਸਿਹਤ ਵਿਭਾਗ ਦੀ ਜਿਹੜੀ ਟੀਮ ਲਗਾਤਾਰ ਗੁਰੂ ਨਾਨਕ ਦੇਵ ਹਸਪੀਟਲ ਅਤੇ ਸਿਵਲ ਹਸਪੀਟਲ ਦੇ ਵਿੱਚ ਲੱਗੀ ਹੋਈ ਹੈ, ਤਾਂ ਉਹਨਾਂ ਨੂੰ PPE ਕਿੱਟਾਂ ਤੇ ਹੋਰ ਸਮੱਗਰੀ ਵੀ ਦਿੱਤੀ ਗਈ ਸੀ। ਤਾਂ ਨਵਜੋਤ ਸਿੰਘ ਸਿੱਧੂ ਨੇ ਇੱਥੇ ਲੋਕਾਂ ਦੇ ਵਿੱਚ ਆ ਕੇ ਜਿੱਥੇ ਉਹਨਾਂ ਨੂੰ ਇਹ ਰਾਸ਼ਨ ਜਾਂ ਸਮੱਗਰੀ ਜਿਹੜੀ ਦਿੱਤੀ ਹੈ, ਤਾਂ ਇਸ ਤੋਂ ਇਲਾਵਾ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਮਦਦ ਹੈ ਉਹ ਜਾਰੀ ਰੱਖਣਗੇ। ਪਰ ਇੱਕ ਚੀਜ਼ ਹੋਰ ਅੱਜ ਦੇਖਣ ਨੂੰ ਮਿਲੀ ਜਿਹੜੀ ਕਿ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਬਿਨਾਂ ਮਾਸਕ ਤੋਂ ਹੀ ਅੱਜ ਨਜ਼ਰ ਆਏ ਔਰ ਉਹਨਾਂ ਦੇ ਨਾਲ ਜਿਹੜੀ ਜਿੰਨੀ ਵੀ ਟੀਮ ਹੈ ਉਹ ਵੀ ਬਿਨਾਂ ਮਾਸਕ ਤੋਂ ਹੀ ਸੀ। ਤਾਂ ਇਸ ਬਾਰੇ ਨਵਜੋਤ ਸਿੰਘ ਸਿੱਧੂ ਪਹਿਲਾਂ ਸਫਾਈ ਦੇ ਚੁੱਕੇ ਨੇ ਕਿ WHO ਦਾ ਜੋ ਹਦਾਇਤਾਂ ਨੇ ਉਸ ਮੁਤਾਬਕ ਮਾਸਕ ਦੀ ਜ਼ਰੂਰਤ ਨਹੀਂ ਹੈ। ਤਾਂ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਨਾਲ ਬਿਨਾਂ ਗੱਲਬਾਤ ਕੀਤੇ ਇੱਥੇ ਲੋਕਾਂ ਦੀ ਜੋ ਮਦਦ ਦੇ ਲਈ ਇੱਥੇ ਪਹੁੰਚੇ ਔਰ ਇੱਥੋਂ ਲੋਕਾਂ ਨੂੰ ਇੱਕ ਭਰੋਸਾ ਦੇ ਕੇ ਉਹ ਵਾਪਸ ਰਵਾਨਾ ਹੋ ਚੁੱਕੇ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ। रुक करते हैं अमृतसर दा। नवजोत सिंह सिद्धू का ਅਸੀਂ ਜ਼ਿਕਰ ਇਸ ਕਰਕੇ ਵੀ ਕਰ ਰਹੇ ਹਾਂ क्योंकि नवजोत सिंह सिद्धू ਦੀ फैन फॉलोइंग ਤਾਂ ਬਹੁਤ ਹੈ, ਲੋਕ ਬਹੁਤ ਉਹਨਾਂ ਨੂੰ ਫੋਲੋ ਕਰਦੇ ਨੇ, ਆਈਡੀਅਲ ਆਪਣਾ ਮੰਨਦੇ ਨੇ। ਪਰ ਜੇਕਰ ਇਸ ਤਰੀਕੇ ਨਾਲ ਹੀ ਉਹ ਮਾਸਕ ਤੋਂ ਬਿਨਾਂ ਸੜਕਾਂ ਤੇ ਨਿਕਲਣਗੇ ਤਾਂ ਫਿਰ ਲੋਕ ਕਰਨਗੇ ਕੀ? ਰੁਕ ਕਰਦੇ ਮੇਰੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਰਾਜੀਵ।
ਰਾਜੀਵ ਸਮਝਣਾ ਚਾਹੁੰਦੇ ਆ ਕਿ ਸਿੱਧੂ ਕਰੋਨਾ ਪ੍ਰੂਫ ਹੋ ਚੁੱਕੇ ਨੇ, ਉਹਨਾਂ ਨੂੰ ਲੱਗ ਰਿਹਾ ਕਿ ਮੈਂ ਕਰੋਨਾ ਪ੍ਰੂਫ ਹਾਂ, ਮੈਨੂੰ ਤਾਂ ਕੁਝ ਹੋ ਨਹੀਂ ਸਕਦਾ। ਮਾਜ਼ਰਾ ਕੀ ਹੈ ਕਿ ਮਾਸਕ ਜਾਂ ਗਲਵਜ਼ ਉਹਨਾਂ ਦੇ ਮੂੰਹ ਤੇ ਹੱਥਾਂ ਦੇ ਉੱਤੇ ਕਿਉਂ ਨਹੀਂ ਹੁੰਦੇ? ਦੂਜੇ ਪਾਸੇ ਉਹਨਾਂ ਦੇ ਸਮਰਥਕ ਵੀ ਉਹਨਾਂ ਨੂੰ ਲੱਗਦਾ ਕਿ ਕਰੋਨਾ ਕਵਚ ਹੈ, ਜੇਕਰ ਸਿੱਧੂ ਦੇ ਨਾਲ ਅਸੀਂ ਰਹਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੋਏਗੀ। ਇਹ ਦਿੱਕਤ ਕੀ ਹੈ ਕਿ ਕਿਉਂ ਆਖਿਰ ਉਹਨਾਂ ਦੇ ਵੱਲੋਂ ਸੋਸ਼ਲ ਡਿਸਟੈਂਸਿੰਗ ਦੀਆਂ, ਮਾਸਕ ਲਗਾਉਣ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਉਹ ਪਾਲਣਾ ਨਹੀਂ ਕਰ ਰਹੇ? ਰਾਜੀਵ ਅਜੀ ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਨਵਜੋਤ ਸਿੰਘ ਸਿੱਧੂ ਆਪਣੇ ਘਰ ਤੋਂ ਬਹੁਤ ਘੱਟ ਬਾਹਰ ਨਿਕਲਦੇ ਨੇ, ਔਰ ਜੇਕਰ ਜਿੱਥੇ ਵੀ ਨਿਕਲਦੇ ਨੇ ਉਸ ਬਾਰੇ ਕੋਈ ਜਾਣਕਾਰੀ ਬਹੁਤੀ ਨਹੀਂ ਦਿੱਤੀ ਜਾਂਦੀ। ਔਰ ਹੁਣ ਤੱਕ ਜਿੰਨੀ ਵਾਰ ਵੀ ਅਸੀਂ ਇਹ ਚੀਜ਼ ਕਵਰ ਕੀਤੀ ਹੈ ਤਾਂ ਨਵਜੋਤ ਸਿੰਘ ਸਿੱਧੂ ਘੱਟ ਤੋਂ ਘੱਟ ਸਮਾਂ ਜੋ ਹੈ ਉੱਥੇ ਰੁਕਦੇ ਨੇ, ਆਪਣੀ ਗੱਲ ਕਰਕੇ ਉੱਥੋਂ ਚਲੇ ਜਾਂਦੇ ਨੇ, ਔਰ ਮੀਡੀਆ ਦੇ ਕਿਸੇ ਵੀ ਸਵਾਲ ਦਾ ਉਹਨਾਂ ਵੱਲੋਂ ਹਾਲੇ ਤੱਕ ਜਵਾਬ ਨਹੀਂ ਦਿੱਤਾ ਗਿਆ। ਤਾਂ ਜਿੱਥੋਂ ਤੱਕ ਮਾਸਕ ਨਾ ਪਹਿਨਣ ਦੀ ਗੱਲ ਹੈ ਤਾਂ ਉਸ ਬਾਰੇ ਉਹਨਾਂ ਨੇ ਆਪਣੇ ਜੋ YouTube ਚੈਨਲ ਹੈ ਉਸ ਦੇ ਉੱਪਰ ਹੀ ਪਹਿਲੇ ਦਿਨ ਇਹ ਜਵਾਬ ਦਿੱਤਾ ਸੀ, ਕਿਉਂਕਿ ਪਹਿਲਾਂ ਹੀ ਇਹ ਸਵਾਲ ਖੜਾ ਹੋਇਆ ਸੀ ਕਿ ਨਵਜੋਤ ਸਿੰਘ ਸਿੱਧੂ ਆਖਿਰਕਾਰ ਮਾਸਕ ਕਿਉਂ ਨਹੀਂ ਪਾ ਰਹੇ। ਤਾਂ ਉਹਨਾਂ ਨੇ WHO ਦੀਆਂ ਜਿਹੜੀਆਂ ਹਦਾਇਤਾਂ ਨੇ ਉਹਦਾ ਜ਼ਿਕਰ ਕੀਤਾ ਸੀ। ਪਰ ਉਸ ਤੋਂ ਬਾਅਦ ਮੈਂ ਇੱਕ ਹੋਰ ਜਾਣਕਾਰੀ ਦੇਣੀ ਚਾਹੁੰਦਾ ਕਿ ਇਸ ਵੀਡੀਓ ਤੋਂ 3-4 ਦਿਨ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਖੁਦ ਇੱਕ ਬਿਆਨ ਜਾਰੀ ਕੀਤਾ ਸੀ ਕਿ ਮਾਸਕ ਹੁਣ ਹਰ ਕਿਸੇ ਦੇ ਲਈ ਜ਼ਰੂਰੀ ਹੈ। ਤਾਂ ਭਾਵੇਂ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਉਹੀ ਲੋਕ ਮਾਸਕ ਪਾਉਣ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖਾਂਸੀ ਜ਼ੁਕਾਮ ਜਾਂ ਕੋਈ ਐਸੀ ਸ਼ਿਕਾਇਤ ਹੈ ਤਾਂ ਉਹਨਾਂ ਦੇ ਲਈ ਬਹੁਤ ਜ਼ਰੂਰੀ, ਪਰ ਉਸ ਤੋਂ ਬਾਅਦ ਸੋਸ਼ਲ ਡਿਸਟੈਂਸਿੰਗ ਦੇ ਨਾਲ ਮਾਸਕ ਪਾਉਣਾ ਵੀ ਲਾਜ਼ਮੀ ਕੀਤਾ ਗਿਆ ਸੀ। ਸਰਕਾਰ ਵੱਲੋਂ ਖੁਦ ਬਿਆਨ ਦੇ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ। ਪਰ ਨਵਜੋਤ ਸਿੰਘ ਸਿੱਧੂ ਕਿਉਂ ਮਾਸਕ ਨਹੀਂ ਪਾ ਰਹੇ, ਇਸ ਬਾਰੇ ਤਾਂ ਉਹੀ ਬਿਹਤਰ ਜਵਾਬ ਦੇ ਸਕਦੇ ਨੇ, ਜੋ ਕਿ ਉਹ ਹਲੇ ਤੱਕ ਮੀਡੀਆ ਦੇ ਸਾਹਮਣੇ ਨਹੀਂ ਦੇ ਰਹੇ। ਤਾਂ ਉਮੀਦ ਕਰਾਂਗੇ ਕਿ ਸ਼ਾਇਦ ਉਹ ਆਪਣੇ ਜੋ YouTube ਚੈਨਲ ਹੈ ਉਹਦੇ ਉੱਪਰ ਹੀ ਇਸ ਦੀ ਕੋਈ ਸਫਾਈ ਦੇਣ। ਪਰ ਨਵਜੋਤ ਸਿੰਘ ਸਿੱਧੂ ਦੇ ਨਾਲ ਜਿੰਨੀ ਵੀ ਉਹਨਾਂ ਦੀ ਟੀਮ ਹੈ, ਭਾਵੇਂ ਉਹ ਉਹਨਾਂ ਦੇ ਸੁਰੱਖਿਆ ਗਾਰਡ ਹੋਣ ਜਾਂ ਉਹਨਾਂ ਦੇ ਜਿਹੜੇ ਨਾਲ ਟੀਮ ਦੇ ਵਿੱਚ ਸ਼ਾਮਲ ਮੈਂਬਰ ਨੇ, ਤਾਂ ਕੋਈ ਵੀ ਮਾਸਕ ਜਿਹੜਾ ਉਹ ਨਹੀਂ ਪਾ ਰਿਹਾ। ਤਾਂ ਕਿਉਂ ਉਹਨਾਂ ਨੂੰ ਅਜਿਹਾ ਲੱਗਦਾ ਕਿ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ? ਦੂਸਰਾ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਲੋਕਾਂ ਦੇ ਵਿੱਚ ਉਹ ਜਾਂਦੇ ਨੇ, ਤਾਂ ਉਹ ਜਿਹੜੇ ਵੀ ਲੋਕ ਉਹਨਾਂ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਨਵਜੋਤ ਸਿੰਘ ਸਿੱਧੂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਹਰ ਕਿਸੇ ਨੂੰ ਜੋ ਹੈ ਦੂਰ ਰਹਿਣ ਦੀ ਅਪੀਲ ਕਰਦੇ ਨੇ। ਪਰ ਜਿੱਦਾਂ ਹੀ ਨਵਜੋਤ ਸਿੰਘ ਸਿੱਧੂ ਨੇ ਜਿੱਥੇ ਵੀ ਜਾਣਾ ਹੁੰਦਾ ਤਾਂ ਫੈਨ ਫੋਲੋਇੰਗ ਉਹਨਾਂ ਦੀ ਬਹੁਤ ਜ਼ਿਆਦਾ ਹੋਣ ਕਰਕੇ ਭੀੜ ਜਿਹੜੀ ਹੈ ਉਹ ਜ਼ਰੂਰ ਇਕੱਠੀ ਹੁੰਦੀ ਹੈ। ਤਾਂ ਇਹ ਕਿਤੇ ਨਾ ਕਿਤੇ ਉਹਨਾਂ ਨੂੰ ਗੁਰੇਜ਼ ਕਰਨ ਦੀ ਲੋੜ ਹੈ, ਜਾਂ ਫਿਰ ਉਹਨਾਂ ਦੀ ਜਿਹੜੀ ਟੀਮ ਦੇ ਮੈਂਬਰ ਜਿੱਥੇ ਉਹਨਾਂ ਨੂੰ ਬੁਲਾਇਆ ਜਾਂਦਾ, ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਵੱਖ-ਵੱਖ ਥਾਵਾਂ ਦੇ ਜਿਹੜੇ ਇਲਾਕਿਆਂ ਦੇ ਕਾਉਂਸਲਰ ਨੇ ਉਹਨਾਂ ਵੱਲੋਂ ਇਹ ਪ੍ਰਬੰਧ ਕੀਤਾ ਜਾਂਦਾ, ਜਾਂ ਫਿਰ ਜਿਹੜੀਆਂ NGOs ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਉਹਨਾਂ ਵੱਲੋਂ ਰਾਸ਼ਨ ਜਾਂ ਹੋਰ ਸਮੱਗਰੀ ਜਿਹੜੀ ਹੈ ਵੰਡਣ ਦੇ ਲਈ ਬੁਲਾਇਆ ਤਾਂ ਜ਼ਰੂਰ ਜਾਂਦਾ। ਪਰ ਨਵਜੋਤ ਸਿੰਘ ਸਿੱਧੂ ਆਖਿਰਕਾਰ ਕਿਉਂ ਮਾਸਕ ਨਹੀਂ ਪਾਉਂਦੇ, ਜਾਂ ਫਿਰ ਜਿੱਥੇ ਉਹਨਾਂ ਦੇ ਪਹੁੰਚਣ ਕਰਕੇ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਸ ਦਾ ਪਾਲਣ ਨਹੀਂ ਹੁੰਦਾ, ਤਾਂ ਇਹ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਇਸ ਬਾਰੇ ਕੋਈ ਵੀਡੀਓ ਜਾਰੀ ਕਰਕੇ ਕੋਈ ਜਵਾਬ ਦੇਣ। ਬਹੁਤ ਸਾਰੇ ਸਵਾਲ ਨੇ, ਅਸੀਂ ਸਵਾਲ ਇਸ ਕਰਕੇ ਵੀ ਚੁੱਕ ਰਹੇ ਹਾਂ ਰਾਜੀਵ, ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਕਿ ਹਰ ਇੱਕ ਸ਼ਖਸ ਦਾ ਮਤਲਬ ਹੈ ਹਰ ਇੱਕ ਸ਼ਖਸ, ਉਹ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਕਿਉਂ ਨਾ ਹੋਣ, ਉਹ ਖੁਦ ਕਹਿ ਚੁੱਕੇ ਨੇ ਕਿ ਸੋਸ਼ਲ ਡਿਸਟੈਂਸਿੰਗ, ਮਾਸਕ ਲਗਾਉਣਾ ਸਾਡੇ ਸਭ ਦੇ ਲਈ ਜ਼ਰੂਰੀ ਹੈ। ਤਾਂ ਕਿਉਂ ਨਵਜੋਤ ਸਿੰਘ ਸਿੱਧੂ ਅਣਗੌਲਿਆਂ ਕਰ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ? ਇਹ ਸਵਾਲ ਇਸ ਕਰਕੇ ਵੀ ਅਸੀਂ ਪੁੱਛ ਰਹੇ ਹਾਂ ਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਫੋਲੋ ਵੀ ਕਰਦੇ ਨੇ, ਸ਼ਾਇਦ ਉਹਨਾਂ ਨੂੰ ਦੇਖ ਕੇ ਹੀ ਮਾਸਕ ਲਗਾਉਣ ਦੇ ਲਈ ਉਹ ਪ੍ਰੇਰਿਤ ਹੋ ਜਾਣ। ਸਿੱਧੂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ। ਸ਼ੁਕਰੀਆ ਰਾਜੀਵ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਇਸ ਬੁਲੇਟਿਨ ਦੇ ਵਿੱਚ ਨਹੀਂ, ਇਜਾਜ਼ਤ ਦਿਓ, ਧੰਨਵਾਦ। ਇਹਨਾਂ ਖਬਰਾਂ ਦੇ ਸਹਿ ਪ੍ਰਾਯੋਜਕ ਨੇ ਨਿਰੋਲ ਵਾਇਰਸ ਐਂਡ ਕੇਬਲ। 16 channels, 15 languages, 26 states, 1,200 plus reporters, 66.9 crore viewers. India's largest news network, News 18 Network. Sixteen channels, 15 languages, 26 states, 1,200 plus reporters, 66.9 crore viewers. India's largest news network, News 18 Network.
16 channels, 15 languages, 26 states, 1,200 plus reporters, 66.9 crore viewers. India's largest news network, News 18 Network. Sixteen channels, 15 languages, 26 states, 1,200 plus reporters.